ਇੱਕੋ ਹੀ ਗ੍ਰੰਥ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਦ ਕਦੀ ਦੁਨੀਆ ਨੂੰ ਅਕਲ ਆਈ ਤਾਂ ਫਿਰ ਜਗਤ ਦੇ ਗੁਰੂ ਤੇ ਜਗਤ ਦੇ ਵਾਹਿਦ ਧਾਰਮਿਕ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ। ਇਹ ਮੈਂ ਇਸ ਵਾਸਤੇ ਕਹਿਣਾ, ਅੱਜ ਤੋਂ ਕੋਈ 23-24 ਸਾਲ ਪਹਿਲੇ ਵੈਨਕੂਵਰ ਕੈਨੇਡਾ ਵਿੱਚ 10-15 ਸੱਜਣ ਮੈਨੂੰ ਮਿਲੇ। ਉਹਨਾਂ 'ਚ 1-2 ਸਿੰਘ ਸਨ, ਬਾਕੀ ਗੋਰੇ ਸਨ, ਅੰਗਰੇਜ਼ ਸਨ। ਉਹਨਾਂ ਸਿੰਘਾਂ ਨੇ ਮੈਨੂੰ ਦੱਸਿਆ ਆਉਣ ਦਾ ਮਨੋਰਥ ਵੀ ਅਸੀਂ ਇੱਕ ਸੰਸਥਾ ਬਣਾਈ ਹੈ ਤੇ ਪ੍ਰਚਾਰ ਪਏ ਕਰਦੇ ਹਾਂ ਵੀ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ। ਅੱਜ ਤੱਕ ਰਾਜਨੀਤੀ ਦੇ ਨਾਂ ਤੇ ਬੜਾ ਖੂਨ ਖਰਾਬਾ ਹੋ ਚੁੱਕਿਆ ਹੈ, ਬੜਾ ਹੋਇਆ। ਇੱਕ ਦੇਸ਼ ਦੀ ਇੱਕ ਰਾਜਨੀਤੀ, ਦੂਜੇ ਦੀ ਦੂਜੀ, ਤੀਜੇ ਦੀ ਤੀਜੀ, ਫਿਰ ਇੰਨੀਆਂ ਫੌਜਾਂ। ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ। ਪੁਲਿਸ ਦਾ ਮਹਿਕਮਾ ਤੇ ਹੋਵੇ, ਫੌਜ ਖਤਮ ਸਾਰੀ ਦੁਨੀਆ ਦੀ। ਬਾਕੀ ਮਹਿਕਮੇ ਤੇ ਚਾਹੀਦੇ ਨੇ, ਡਿਫੈਂਸ ਦਾ ਨਹੀਂ ਚਾਹੀਦਾ। ਕਿਉਂ? ਜਦ ਰਾਜਨੀਤੀ ਇੱਕ ਹੋਵੇ। ਰਾਜਨੀਤੀ ਵੱਖ-ਵੱਖ, ਹਕੂਮਤਾਂ ਵੱਖ-ਵੱਖ ਨੇ। ਤਾਂ ਅਸੀਂ ਚਾਹੁੰਦੇ ਹਾਂ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ, ਔਰ ਜੋ ਰਾਜਨੀਤਿਕ ਮੁਖੀ ਬਣਨ ਸਾਰੇ ਮੁਲਕਾਂ ਦੇ 'ਚੋਂ ਇੱਕ ਨੁਮਾਇੰਦਾ ਹੋਵੇ, ਉਹ ਸਾਰੇ ਸੰਸਾਰ ਨੂੰ ਚਲਾਉਣ। ਉਹ ਸਿੰਘਾਂ ਦੇ ਰਾਹੀਂ ਉਹ ਇੰਟਰਪ੍ਰੇਟ ਕਰਦੇ ਸਨ ਗੋਰਿਆਂ ਦੀ ਗੱਲ ਨੂੰ, ਅੰਗਰੇਜ਼ਾਂ ਦੀ ਗੱਲ ਨੂੰ। ਕਹਿੰਦੇ ਦੇ ਸੀ ਭਰਮਨ ਕਰ ਰਹੇ ਹਾਂ ਸਾਰੀ ਦੁਨੀਆ। ਕਹਿੰਦੇ ਆਸਟ੍ਰੇਲੀਆ ਹੋ ਆਇਆ, ਨਿਊਜ਼ੀਲੈਂਡ ਹੋ ਆਇਆ, ਅੱਧਾ ਏਸ਼ੀਆ ਭਰਮਣ ਕੀਤਾ ਹੈ, ਯੂਰਪ ਸਾਰਾ ਭਰਮਣ ਕੀਤਾ ਹੈ, ਹੁਣ ਅਮਰੀਕਾ ਕੈਨੇਡਾ ਵਿੱਚ ਭਰਮਣ ਕਰ ਰਿਹਾ ਹੈ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਪਹਿਲੇ ਜਿਹੜੇ ਧਾਰਮਿਕ ਮੁਖੀ ਨੇ ਇਹਨਾਂ ਨੂੰ ਵੀ ਸਮਝ ਆਈਏ ਵੀ ਇਹ ਵੀ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ। ਸਾਰੀ ਗੱਲ ਸੁਣਾ ਕੇ ਮੈਨੂੰ ਕਹਿਣ ਲੱਗੇ ਤੁਸੀਂ ਇਸ ਨਾਲ ਸਹਿਮਤ ਹੋ? ਮੈਂ ਕਿ ਤੁਹਾਡਾ ਜਿਹੜਾ ਇਲਾਜ ਹੈ ਨਾ ਇਹ ਤੇ ਅੱਧਾ ਹੈ, ਪੂਰਾ ਨਹੀਂ ਹੈ। ਇਸ ਔਸ਼ਧੀ ਦੇ ਨਾਲ, ਇਸ ਦਵਾਈ ਦੇ ਨਾਲ ਖੂਨ ਖਰਾਬਾ ਖਤਮ ਨਹੀਂ ਹੋਣ ਲੱਗਾ। ਉਹ ਸਾਰੇ ਹੱਕੇ ਬੱਕੇ ਹੋ ਗਏ, ਹੈਰਾਨ ਹੋ ਗਏ ਵੀ ਅਸੀਂ ਤੇ ਇਹਨਾਂ ਨੂੰ ਸਹਿਮਤ ਕਰਨ ਵਾਸਤੇ ਆਏ ਸੀ, ਇਹ ਤੇ ਸਾਡਾ ਹੀ ਖੰਡਨ ਕਰਨ ਲੱਗ ਪਏ। ਕਹਿੰਦੇ ਕਿ ਸਾਡੇ ਵਿਚਾਰ ਚੰਗੇ ਨਹੀਂ। ਮੈਂ ਕਿਹਾ ਮੈਂ ਇਸ ਤਰ੍ਹਾਂ ਤੇ ਨਹੀਂ ਕਹਿ ਰਿਹਾ, ਚੰਗੇ ਨੇ ਤੁਹਾਡੇ ਵਿਚਾਰ, ਪਰ ਇਹ ਇਲਾਜ ਅਧੂਰਾ ਹੈ। ਇਹਦੇ ਨਾਲ ਰੋਗ ਪੂਰੇ ਦਾ ਪੂਰਾ ਨਹੀਂ ਜਾਏਗਾ। ਖੂਨ ਖਰਾਬਾ ਰਾਜਨੀਤੀ ਕਰਕੇ ਆਉਂਦਾ ਹੈ, ਪਰ ਰਾਜਨੀਤੀ ਤੋਂ ਵੱਧ ਅੱਜ ਤੱਕ ਖੂਨ ਖਰਾਬਾ ਮਜ਼ਹਬ ਦੇ ਨਾਂ ਤੇ ਹੋਇਆ ਹੈ। ਯਹੂਦੀ ਤੇ ਮੁਸਲਮਾਨਾਂ ਦੀ ਅੱਜ ਵੀ ਨਹੀਂ ਬਣਦੀ, ਅੱਜ ਵੀ ਖੂਨ ਖਰਾਬਾ ਚੱਲ ਰਿਹਾ ਹੈ। ਹਿੰਦੂ ਮੁਸਲਮਾਨ ਸਦੀਆਂ ਤੱਕ ਟਕਰਾਉਂਦੇ ਰਹੇ, ਈਸਾਈ ਯਹੂਦੀ ਸਦੀਆਂ ਤੱਕ ਟਕਰਾਉਂਦੇ ਰਹੇ, ਮੁਸਲਮਾਨ ਸ਼ੀਆਂ ਤੇ ਸੁੰਨੀ, ਇਹ ਦੋ ਧੜੇ ਬਣ ਗਏ ਨੇ ਮਜ਼ਹਬ ਦੇ, ਅੱਜ ਵੀ ਟਕਰਾ ਰਹੇ ਨੇ। ਸੈਂਕੜੇ ਸਾਲ ਤੱਕ ਈਸਾਈਆਂ ਆਪਣਿਆਂ 'ਚ ਵੀ ਇਹਨਾਂ ਦੇ ਟਕਰਾਅ ਰਿਹਾ ਤੇ ਦੋ ਧੜੇ ਬਣ ਗਏ, ਇੱਕ ਰੋਮਨ ਕੈਥੋਲਿਕ, ਇੱਕ ਪ੍ਰੋਟੈਸਟੈਂਟ। ਔਰ ਅਜੇ ਵੀ ਕਦੀ ਕਦਾਈ ਇਸ ਮਜ਼ਹਬ ਦੇ ਨਾਂ ਤੇ ਖੂਨ ਖਰਾਬੇ ਹੋ ਜਾਂਦੇ ਨੇ ਔਰ ਹੋ ਰਹੇ ਨੇ। ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋ ਜਾਏ, ਇਹਦੇ ਨਾਲ ਖੂਨ ਖਰਾਬਾ ਠੱਲੇਗਾ ਨਹੀਂ, ਜਿੰਨੇ ਚਿਰ ਤੱਕ ਸਾਰੀ ਦੁਨੀਆ ਦਾ ਮਜ਼ਹਬ ਇੱਕ ਨਾ ਹੋਵੇ, ਧਰਮ ਇੱਕ ਨਾ ਹੋਵੇ। ਤੇ ਮੈਂ ਕਿਹਾ ਰਾਜਨੀਤੀ ਨੂੰ ਇੱਕ ਕਰਨ ਨਾਲੋਂ ਵੀ ਧਰਮ ਨੂੰ ਇੱਕ ਕਰਨਾ ਅਤਿਅੰਤ ਔਖਾ, ਬੜਾ ਔਖਾ, ਕਠਿਨ। ਵਿੱਚ ਇੱਕ ਬੋਲ ਪਿਆ, ਰਾਜਨੀਤੀ ਦਾ ਤੇ ਸਾਡੇ ਕੋਲ ਆਧਾਰ ਹੈ, ਅਸੀਂ ਬਕਾਇਦਾ ਵਿਧਾਨ ਬਣਾਇਆ ਹੈ ਔਰ ਕੋਈ ਇਨਕਾਰ ਨਹੀਂ ਕਰੇਗਾ, ਸਾਰੇ ਕਬੂਲ ਕਰਨਗੇ। ਲੇਕਿਨ ਸਾਰਿਆਂ ਦਾ ਧਰਮ ਇੱਕ ਹੋਵੇ, ਇਸ ਤਰ੍ਹਾਂ ਦੀ ਸਾਂਝੀਵਾਲਤਾ ਕਿਸੇ ਵੀ ਮਜ਼ਹਬ ਦੇ ਦਿਖਾਈ ਨਹੀਂ ਦਿੰਦੀ। ਮੈਂ ਕਿਹਾ ਤੁਸੀਂ ਫਿਰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਹੈ ਧਰਮ ਔਰ ਇੱਕ ਹੈਗੇ ਨੇ ਮਹਾਨ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਉੱਥੇ ਅਜ਼ਾਨ ਵੀ ਗੂੰਜਦੀ ਪਈ ਹੈ, ਮੁਰਲੀ ਦੀ ਤਾਨ ਵੀ ਗੂੰਜਦੀ ਪਈ ਹੈ, ਖੁਦਾ ਦੀ ਧੁਨ ਵੀ ਗੂੰਜਦੀ ਪਈ ਹੈ, ਰਾਮ ਦੀ ਧੁਨ ਵੀ ਗੂੰਜਦੀ ਪਈ ਹੈ। ਔਰ ਦੁਨੀਆ ਵਿੱਚ ਜਿਤਨੇ ਪਰਮਾਤਮਾ ਦੇ ਨਾਮ ਨੇ, ਵਕਤ ਦੇ ਅਵਤਾਰੀ ਪੁਰਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਅਸੀਂ ਤੇਰੇ ਸਾਰੇ ਨਾਮਾਂ ਤੋਂ ਸਦਕੇ ਜਾਂਦੇ ਹਾਂ, ਹਰ ਨਾਮ ਤੇਰੇ ਤੇ ਪੂਰਾ ਉਤਰਦਾ ਹੈ, ਪੂਰਾ ਉਤਰਦਾ ਹੈ। ਉਦੋਂ ਸੁਣ ਕੇ ਦੰਗ ਰਹੇ ਸਨ। ਕਹਿੰਦੇ ਅਸੀਂ ਅਗਲੀ ਮੀਟਿੰਗ ਵਿੱਚ ਤੁਹਾਡੇ ਵਿਚਾਰ ਰੱਖਾਂਗੇ। ਦੁਨੀਆ ਦੇ ਸਾਂਝੇ ਧਰਮ ਗ੍ਰੰਥ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦੁਨੀਆ ਦੇ ਸਾਂਝੇ ਰਹਿਬਰ ਨੇ ਗੁਰੂ ਨਾਨਕ। 68 ਤੀਰਥਾਂ ਤੇ ਗਏ, ਇਸਲਾਮੀ ਕੇਂਦਰਾਂ ਤੇ ਗਏ, ਮੱਕੇ ਗਏ, ਮਦੀਨੇ ਗਏ, ਬਸਰਾ ਗਏ, ਬਗਦਾਦ ਗਏ, ਈਰਾਨ ਗਏ, ਅਫਗਾਨਿਸਤਾਨ ਗਏ, ਸਾਰਾ ਰਸ਼ੀਆ ਦਾ ਭਰਮਣ, ਫਿਰ ਲੰਕਾ, ਸਿੱਕਮ, ਤਿੱਬਤ, ਭੂਟਾਨ ਜੋ ਬੁੱਧਿਸਟ ਦੇਸ਼ ਸਨ, ਬੋਧੀ ਦੇ, ਉੱਥੇ ਗਏ, ਲੇਹ ਲਦਾਖ ਗਏ, ਚਾਈਨਾ ਤੱਕ ਮੇਰੇ ਪਾਤਸ਼ਾਹ ਗਏ, ਬੋਧੀਆਂ ਦੇ ਕੇਂਦਰਾਂ ਤੇ ਗਏ, ਜੈਨੀਆਂ ਦੇ ਕੇਂਦਰਾਂ ਤੇ ਗਏ, ਹਿੰਦੂਆਂ ਦੇ 68 ਤੀਰਥਾਂ ਤੇ ਗਏ, ਇਸਲਾਮ ਦੇ ਵੱਡੇ ਵੱਡੇ ਕੇਂਦਰਾਂ ਤੇ ਗਏ। ਜਿਹੜਾ ਦੀਵਾ ਇੱਕ ਜਗ੍ਹਾ ਜਲਾਇਆ, ਉਹੀ ਸਾਰੀ ਜਗ੍ਹਾ ਜਲਾਉਂਦੇ ਗਏ, ਉਹਦੀ ਰੋਸ਼ਨੀ ਵੰਡਦੇ ਗਏ। ਐਸਾ ਤਾਂ ਹੀ ਹੋ ਸਕਦਾ ਹੈ ਜਿਹਦੇ ਵਾਸਤੇ ਸਾਰੇ ਮਜ਼ਹਬ ਪਿਆਰੇ ਹੋਣ, ਕਿਸੇ ਨਾਲ ਵੀ ਵਿਤਕਰਾ ਤੇ ਨਫ਼ਰਤ ਨਾ ਹੋਵੇ। ਇਸ ਦਾ ਮੈਂ ਉਹਨਾਂ ਦੇ ਬੋਲਾਂ ਰਾਹੀਂ ਵੀ ਇੱਕ ਸਬੂਤ ਤੁਹਾਡੇ ਸਾਹਮਣੇ ਰੱਖਾਂ। ਜਦ ਭਰਤਰੀ ਨੇ ਸੁਮੇਰ ਪਰਬਤ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਸ਼ਨ ਕੀਤਾ, ਤੁਹਾਡਾ ਪੰਥ ਕੀ ਹੈ, ਕਿਹੜੇ ਪੰਥ ਦੇ ਹੋ, ਤੁਸੀਂ ਕਿਹੜਾ ਪੰਥ ਚਲਾਇਆ, ਉਸ ਦਾ ਪੰਥ ਦਾ ਨਾਮ ਕੀ ਹੈ? ਪੰਥ ਰਸਤੇ ਨੂੰ ਕਹਿੰਦੇ ਨੇ, ਮਾਰਗ ਨੂੰ, ਤੇ ਪੰਥੀ ਉਹਨੂੰ ਕਹਿੰਦੇ ਨੇ ਜਿਹੜਾ ਰਸਤੇ ਤੇ ਚੱਲਦਾ ਹੋਵੇ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਜਵਾਬ ਦਿੱਤਾ, ਬੜੇ ਧਿਆਨ ਨਾਲ ਸੁਣਨਾ। 3 ਸ਼ਬਦ ਨੇ ਆਸਾ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤੇ ਨੇ ਭਰਤਰੀ ਦੇ ਪ੍ਰਤੀ। ਭਰਤਰੀ ਰਾਜਾ ਬਿਕਮਨਾਜੀਤ ਦਾ ਛੋਟਾ ਭਰਾ ਸੀ ਤੇ ਰਾਜਾ ਹੀ ਸੀ। ਇਹ ਧਾਰ ਦਾ ਰਾਜਾ ਸੀ, ਬਿਕਮਨਾਜੀਤ ਉਜੈਨ ਦੇ ਰਾਜਾ ਸੀ। ਸਮਾਂ ਪਾ ਕੇ ਇਹਨਾਂ ਦਾ ਦਿਲ ਐਸੀ ਚੋਟ ਖਾ ਗਿਆ, ਜੋਗੀ ਬਣ ਗਏ, ਗੋਰਖ ਦੇ ਚੇਲੇ ਬਣ ਗਏ। ਭਰਤਰੀ ਪ੍ਰਾਣਾਯਮ ਦੀ ਇੱਕ ਵਿਧੀ ਸਿੱਖ ਲਈ ਉਹਨਾਂ ਨੇ। ਗੋਰਖ ਦੇ ਕੋਲੋਂ ਆਪਣੇ ਸਵਾਸਾਂ ਨੂੰ ਰੋਕ ਕੇ ਬੈਠ ਜਾਣਾ। ਤੇ ਮਨੁੱਖ ਜੋ ਉਮਰ ਲੈ ਕੇ ਆਇਆ ਹੈ, ਸਵਾਸ ਲੈ ਕੇ ਆਇਆ ਹੈ, ਤੇ ਜਦ ਸਵਾਸ ਰੋਕ ਲੈ ਤਾਂ ਉਮਰ ਤੇ ਖਰਚੀ ਨਾ ਹੋਈ, ਸਵਾਸ ਤੇ ਖਰਚੀ ਨਾ ਹੋਏ। ਇਹ ਗੁਰੂ ਨਾਨਕ ਦੇ ਵਕਤ ਮੌਜੂਦ ਸੀ ਭਰਤਰੀ। ਇਸ ਵਾਸਤੇ ਸਿੱਧਾਂ ਨੇ ਜਿਹੜੀ ਗੋਸ਼ਟ ਕੀਤੀ, ਚਰਚਾ ਕੀਤੀ, ਪ੍ਰਸ਼ਨ ਕੀਤੀ, ਉਹਨਾਂ ਪ੍ਰਸ਼ਨਾਂ ਵਿੱਚ ਭਰਤਰੀ ਵੀ ਪ੍ਰਸ਼ਨ ਕਰਦਾ ਹੈ। ਔਰ ਭਰਤਰੀ ਸ਼ਰਧਾਲੂ ਬਣ ਗਿਆ। ਉਹਨੇ ਆਪਣਾ ਮਸਤਕ ਗੁਰੂ ਨਾਨਕ ਦੇ ਕਦਮਾਂ ਤੇ ਰੱਖ ਦਿੱਤਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 3 ਸ਼ਬਦ ਸਿਰਫ ਭਰਤਰੀ ਦੇ ਪ੍ਰਤੀ ਉਚਾਰਨ ਕੀਤੇ ਨੇ ਆਸਾ ਰਾਗ ਵਿੱਚ। ਮੈਂ 3 ਸ਼ਬਦਾਂ ਦੀਆਂ 2-2 ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ। ਪਹਿਲਾ ਤੇ ਜਿਹੜਾ ਭਰਤਰੀ ਨੇ ਪੁੱਛਿਆ, ਤੁਹਾਡਾ ਪੰਥ ਕੀ ਹੈ? ਗੁਰੂ ਨਾਨਕ ਕਹਿੰਦੇ ਨੇ, ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਇਹ ਜੋਗੀ ਭਰਤਰੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਨਾਨਕ ਦਾ ਇਹੀ ਪੰਥ ਹੈ, ਹੋਰ ਕੋਈ ਪੰਥ ਨਹੀਂ। ਧਿਆਨ ਨਾਲ ਇਹ ਪੰਕਤੀਆਂ ਸੁਣਨਾ। ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ। ਜਿਤਨੇ ਵਰਨ ਨੇ, ਜਿਤਨੇ ਵੇਖ ਨੇ, ਜਿਤਨੇ ਧਰਮ ਨੇ, ਦੁਨੀਆ ਦੇ ਜਿਤਨੇ ਮਜ਼ਹਬ ਨੇ, ਇਹ ਜੋ ਮੇਰੀ ਜੋਤ ਹੈ, ਉਹਨਾਂ ਦੀ ਵੀ ਉਹੀ ਜੋਤ ਹੈ। ਜੋ ਉਹਨਾਂ ਦੀ ਜੋਤ ਹੈ, ਉਹੀ ਮੇਰੀ ਜੋਤ ਹੈ। ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਸਾਰਿਆਂ ਦੇ ਅੰਦਰ ਇੱਕੋ ਹੀ ਪਾਰ ਬ੍ਰਹਮ ਪਰਮਾਤਮਾ ਦੀ ਲਿਵ ਹੈ, ਦੋਨੇ ਹੈ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਨਾਨਕ ਦਾ ਪੰਥ ਇਹੀ ਹੈ, ਹੋਰ ਕੋਈ ਪੰਥ ਨਹੀਂ।
ਭਰਤਰੀ ਦੇ ਬਾਕੀ ਵੀ ਪ੍ਰਸ਼ਨ ਸਨ, ਉਹਨਾਂ ਦੇ ਉੱਤਰ ਸਤਿਗੁਰ ਇੰਝ ਦਿੰਦੇ ਨੇ, ਕਿਉਂਕਿ ਭਰਤਰੀ ਸੰਸਾਰ ਨੂੰ ਛੱਡ ਕੇ ਜੋਗੀ ਬਣਿਆ ਸੀ, ਜੰਗਲ ਵਿੱਚ ਕੁਟੀਆ ਬਣਾਈ ਸੀ, ਪਰਿਵਾਰ ਛੱਡ ਆਇਆ ਸੀ, ਰਾਜ ਪਾਟ ਛੱਡ ਆਇਆ ਸੀ। ਉਹਦਾ ਪ੍ਰਸ਼ਨ ਸੀ, ਮਹਾਰਾਜ ਤੁਸੀਂ ਗ੍ਰਸਤੀ ਹੋ, ਸੰਸਾਰ ਦੇ ਵਿੱਚ ਰਹਿੰਦੇ ਹੋ, ਸੰਸਾਰ ਵਿੱਚ ਰਹਿੰਦੇ ਹੋਇਆ ਕਿਵੇਂ ਨਿਰੰਕਾਰ ਨਾਲ ਜੁੜ ਕੇ ਰਹਿੰਦੇ ਹੋ? ਅਸੀਂ ਤੇ ਤਿਆਗ ਕਰਕੇ ਆਏ ਹਾਂ ਤਾਂ ਵੀ ਮਨ ਭਟਕਦਾ ਹੈ। ਉੱਥੇ ਫਿਰ ਸਤਿਗੁਰ ਦਾ ਇਹ ਦੂਸਰਾ ਸ਼ਬਦ ਹੈ, ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੋਤ ਰਿਆ ਭਰਪੂਰ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਪਾਣੀ ਦੇ ਚੋਂ ਕਮਲ ਪੈਦਾ ਹੁੰਦਾ ਹੈ, ਲੇਕਿਨ ਪਾਣੀ ਦੇ ਡੁੱਬਦਾ ਨਹੀਂ, ਉੱਪਰ ਰਹਿੰਦਾ ਹੈ। ਮਨੁੱਖ ਸੰਸਾਰ ਵਿੱਚ ਪੈਦਾ ਹੁੰਦਾ ਹੈ, ਬਸ ਡੁੱਬੇ ਨਾ, ਡੁੱਬੇ ਨਾ। ਕਮਲ ਦੀ ਤਰ੍ਹਾਂ ਨਿਰਲੇਪ ਰਵੇ, ਕਮਲ ਧਰਮ ਦਾ ਪ੍ਰਤੀਕ ਹੈ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਡੁੱਬੇ ਹੋਏ ਦੀ ਪਹਿਚਾਣ ਕੀ ਹੋਵੇਗੀ? ਮਹਾਰਾਜ ਕਹਿੰਦੇ ਨੇ, ਹਮ ਦੇ ਖਾਂ ਤੇ ਡੁੱਬੇ ਨੇ, ਪਾਣੀ ਦੇ ਕਮਲ ਤੇ ਨਹੀਂ ਡੁੱਬਦਾ, ਮਨੁੱਖ ਸੰਸਾਰ ਦੇ ਡੁੱਬ ਕੇ ਰਹਿ ਜਾਂਦਾ ਹੈ। ਉਹਦਾ ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ, ਉਹਦਾ ਨਿਤਨੇਮ ਡੁੱਬ ਗਿਆ ਹੋਵੇਗਾ, ਗੁਰੂ ਦੀ ਦਿੱਤੀ ਹੋਈ ਰਹਿਤ ਬਹਿਤ ਡੁੱਬ ਗਈ ਹੋਵੇਗੀ, ਬਾਣੀ ਦਾ ਜਪ ਤਪ ਡੁੱਬ ਗਿਆ ਹੋਵੇਗਾ, ਸੀਲ ਸੰਜਮ ਉਸਦਾ ਡੁੱਬ ਗਿਆ ਹੋਵੇਗਾ। ਇਹ ਡੁੱਬੇ ਹੋਏ ਦੀ ਪਹਿਚਾਣ। ਇਹ ਮਨੁੱਖ ਸੰਸਾਰ ਵਿੱਚ ਗਰਕ ਹੋ ਗਿਆ, ਡੁੱਬ ਗਿਆ, ਹਮ ਦੇ ਖਾਂ ਤੇ ਡੁੱਬੇ ਹੈ, ਡੁੱਬ ਗਿਆ, ਨਿਤਨੇਮ ਡੁੱਬ ਗਿਆ ਹੋਵੇਗਾ, ਨਹੀਂ ਕਰਦਾ ਹੋਵੇਗਾ, ਸਿੱਖੀ ਡੁੱਬ ਗਈ ਹੋਵੇਗੀ, ਸਿੱਖੀ ਸਰੂਪ ਡੁੱਬ ਗਿਆ ਹੋਵੇਗਾ, ਰਹਿਤ ਬਹਿਤ ਡੁੱਬ ਗਈ ਹੋਵੇਗੀ। ਇਹ ਪਹਿਚਾਣ ਹੈ, ਇਹ ਪਹਿਚਾਣ। ਇਹ ਸੰਸਾਰ ਵਿੱਚ ਆਪਣੇ ਆਪ ਨੂੰ ਨਿਰਲੇਪ ਨਹੀਂ ਰੱਖ ਸਕਿਆ, ਕਮਲ ਦੀ ਤਰ੍ਹਾਂ ਜਿਵੇਂ ਪਾਣੀ ਵਿੱਚ ਨਿਰਲੇਪ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਰਤਰੀ ਨੂੰ ਇਸ ਤਰ੍ਹਾਂ ਸਮਝਾਉਂਦੇ ਨੇ, ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੋਤ ਰਿਆ ਭਰਪੂਰ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਤੀਸਰਾ ਸ਼ਬਦ, ਸਿਫਤੀ ਸਦਾ ਸਦ ਬੈਰਾਗੀ, ਜੂਏ ਜਨਮ ਨ ਹਾਰੇ, ਕਹੇ ਨਾਨਕ ਸੁਣ ਭਰਤਰ ਜੋਗੀ, ਖੇਵਾ ਅੰਮ੍ਰਿਤ ਧਾਰੇ। ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਆਪ ਨੂੰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋਗੀਆਂ ਦੇ ਭਰਮਣ ਕੀਤਾ, ਜੈਨੀਆਂ ਦੇ ਭਰਮਣ ਕੀਤਾ, ਬੋਧੀਆਂ ਦੇ ਭਰਮਣ ਕੀਤਾ, तमाम 68 ਤੀਰਥ ਸਨਾਤਨ ਮਤ ਦੇ, ਇਸਲਾਮ ਦੇ ਬੜੇ ਬੜੇ ਕੇਂਦਰ, ਸਾਰੀ ਜਗ੍ਹਾ ਗਏ, ਕਿਉਂਕਿ ਗੁਰੂ ਨਾਨਕ ਦੁਨੀਆ ਦੇ ਇੱਕ ਸਾਂਝੇ ਰਹਿਬਰ ਸਨ। ਬਦਕਿਸਮਤੀ ਹੈ, ਦੁਨੀਆ ਨੇ ਤੇ ਸਮਝਿਆ ਨਾ, ਉਹਨਾਂ ਦੀ ਜਿਹੜੀ ਉਮਤ ਹੈ ਸਿੱਖ, ਇਹਨਾਂ ਨੇ ਵੀ ਨਹੀਂ ਸਮਝਿਆ, ਔਰ ਇਹ ਵੀ ਜਗਤ ਨੂੰ ਨਹੀਂ ਸਮਝਾ ਸਕੇ। ਬੜੇ ਸੀਮਤ ਜਿਹਾ ਹੋ ਕੇ ਅਸੀਂ ਰਹਿ ਗਏ। ਨਹੀਂ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਦਾਸ ਪਿੱਛੇ ਫਰੰਟੀਅਰ ਤੋਂ ਆਇਆ, ਜਦ ਦੇਸ਼ ਦੀ ਵੰਡ ਹੋਈ ਸੀ, ਉਦੋਂ ਮੇਰੀ ਉਮਰ 13 ਸਾਲ ਦੀ ਸੀ। ਮੈਨੂੰ ਯਾਦ ਹੈ ਗੁਰਦੁਆਰੇ ਵਿੱਚ ਅੱਧੇ ਤੋਂ ਜ਼ਿਆਦਾ ਹਿੰਦੂ ਵੀ ਬੈਠੇ ਹੁੰਦੇ ਸਨ, ਔਰ 1/4 ਮੁਸਲਮਾਨ ਵੀ ਹੁੰਦੇ ਸਨ। ਜਿਨ੍ਹਾਂ ਦਿਨ ਰਬਾਬੀ ਕੀਰਤਨ ਕਰਨ ਆ ਜਾਣ, ਭਾਈ ਚਾਂਦ ਜਾਂ ਭਾਈ ਮੁਖਤਿਆਰ ਜਾਂ ਅਬਦੁੱਲਾ, ਇਹ ਸਾਰੇ ਰਬਾਬੀ ਕੀਰਤਨੀਏ ਸਨ। ਉਹਨਾਂ ਦਾ ਜਦ ਕੋਈ ਜਥਾ ਆ ਜਾਂਦਾ ਸੀ, ਮੁਸਲਮਾਨਾਂ ਦੀ ਤਾਦਾਦ ਵੱਧ ਜਾਂਦੀ ਹੁੰਦੀ ਸੀ। ਮੈਨੂੰ ਚੰਗੀ ਤਰ੍ਹਾਂ ਯਾਦ, ਪਿਸ਼ਾਵਰ ਦੇ ਵਿੱਚ ਡੇਰਾ ਇਸਮਾਇਲ ਖਾਨ, ਬੰਨੂ, ਮਰਦਾਨ, ਕੋਹਾਟ, ਹਜ਼ਾਰਾ, ਇਧਰ ਮੁਲਤਾਨ, ਮੀਆਂ ਵਾਲੀ, ਮੁਸਲਮਾਨਾਂ ਦੀ ਤਾਦਾਦ ਗੁਰਦੁਆਰਿਆਂ 'ਚ ਵੱਧ ਜਾਂਦੀ ਸੀ। ਔਰ ਕਈ ਦਫਾ ਮੰਗ ਵੀ ਕਰਦੇ ਸਨ, ਬਾਬਾ ਫਰੀਦ ਦਾ ਕਲਾਮ ਸੁਣਾ। ਉਹ ਰਾਗੀ ਸੁਣਾਉਂਦੇ ਹੁੰਦੇ ਸਨ। ਉਹਨਾਂ ਦੇ ਟਾਪ ਦੇ ਰਾਗੀ ਸਨ ਭਾਈ ਸਾਹਿਬ, ਭਾਈ ਚਾਂਦ। ਚਾਂਦ ਪ੍ਰਮਾਣਾਂ ਦਾ ਕੀਰਤਨ ਕਰਦੇ ਸਨ। ਪ੍ਰਮਾਣਾਂ ਦੇ ਕੀਰਤਨ ਦੇ ਜਨਮ ਦਾਤੇ ਵੀ ਉਹੀ ਸਨ। ਅੱਜ ਜੋ ਬਹੁਤ ਸਾਰੇ ਰਾਗੀ ਪ੍ਰਮਾਣਾਂ ਦਾ ਕੀਰਤਨ ਕਰਦੇ ਨੇ, ਇਹਦੀ ਬੁਨਿਆਦ ਭਾਈ ਚਾਂਦ ਨੇ ਰੱਖੀ ਸੀ। ਇਹ ਵੀ ਮਹਿਜ਼ ਕਰਦੇ हैं। ਇੱਕ ਮਹਾਨ ਗੁਰੂ का ਕੀਰਤਨੀਆ ਸੀ, ਜਿਨ੍ਹਾਂ ਦਿਨਾਂ 'ਚ ਖਾਸ ਕਰਕੇ ਭਾਈ ਚਾਂਦ ਆ ਜਾਣ, ਹਰ ਗੁਰਦੁਆਰੇ ਵਿੱਚ ਮੁਸਲਮਾਨਾਂ ਦੀ ਤਾਦਾਦ ਵੱਧ ਜਾਂਦੀ ਸੀ, ਹਿੰਦੂ ਤੇ ਹੁੰਦੇ ਸਨ। ਅੱਜ ਟੁੱਟ ਗਏ ਮੁਸਲਮਾਨ, ਟੁੱਟ ਗਏ ਹਿੰਦੂ। ਸਿਆਣੇ ਇੰਝ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਬਗੀਚੇ ਨੂੰ ਮਾਲੀ ਚੰਗੇ ਨਹੀਂ ਮਿਲੇ, ਬਗੀਚਾ ਸਾਰਾ ਹੀ ਉਜਾੜ ਕੇ ਰੱਖ ਦਿੱਤਾ। ਸ਼ਾਇਦ ਆਪ ਨੂੰ ਪਤਾ ਹੋਵੇ, ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ
ਉਰਦੂ ਦੀ ਨਜ਼ਮ ਦੇ ਟੀਕਾ ਕੀਤਾ ਹੈ ख्वाजा दिल मोहम्मद ने। ਸ਼ਾਇਦ ਤੁਹਾਡੇ ਵਿੱਚੋਂ ਕਈਆਂ ਨੇ ਪੜ੍ਹਿਆ ਹੋਵੇ। ਜਿਸ ਤਰ੍ਹਾਂ ਦਾ ਉਸਨੇ ਟੀਕਾ ਕੀਤਾ ਬਾਕਮਾਲ, ਉਹਨੂੰ ਮੁਸਲਮਾਨ ਪੜ੍ਹਦੇ ਸਨ। ਅੱਜ ਵੀ ਛਪਿਆ ਹੋਇਆ ਮਿਲਦਾ ਹੈ। ਹੁਣ ਤੇ ਸੁਣਿਆ ਪੰਜਾਬੀ ਲਿਪੀ ਦੇ ਭਾਸ਼ਾ ਵਿਭਾਗ ਪੰਜਾਬ ਨੇ ਛਾਪ ਦਿੱਤਾ ਹੈ। ख्वाजा दिल मोहम्मद, ਇਹਨੇ ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ ਉਰਦੂ ਸ਼ਾਇਰੀ ਦੇ ਟੀਕਾ ਕੀਤਾ ਔਰ ਬੜਾ ਬਾਕਮਾਲ ਕੀਤਾ। ਮੈਨੂੰ ਪੜ੍ਹਨ ਨੂੰ ਮਿਲਿਆ। ਹੁਣ ਅੰਮ੍ਰਿਤਸਰ ਦਿੱਲੀ ਵਿੱਚ ਮਿਲਦਾ ਹੈ। ਸਾਹਿਬਜ਼ਾਦਿਆਂ ਦੀ ਜੋ ਜੀਵਨ ਕਥਾ ਅਲਾ ਯਾਰ ਖਾਨ ਨੇ ਲਿਖੀ ਹੈ, ਸ਼ਾਇਦ ਕੋਈ ਸਿੱਖ ਲਿਖ ਸਕੇ, ਔਰ ਉਹਨੇ ਸ਼ਾਇਰੀ 'ਚ ਲਿਖੀ ਹੈ। ਸਾਹਿਬਜ਼ਾਦਿਆਂ ਦੀ ਕੁਰਬਾਨੀ। ਮੁਸਲਮਾਨ ਆਉਂਦੇ ਸਨ ਗੁਰਦੁਆਰੇ, ਉਪਮਾ ਕਰਦੇ ਸਨ, ਔਰ ਪੁਰਾਣੇ ਸਾਰੇ ਕੀਰਤਨੀਏ ਮਰਦਾਨੇ ਦੀ ਅੰਨ ਸਨ, ਮੁਸਲਮਾਨ ਸਨ। ਇਹ ਵੀ ਮੈਂ ਅਰਜ਼ ਕਰਦਾ ਹਾਂ। ਮੁਸਲਮਾਨ ਤੇ ਟੁੱਟ ਗਏ ਗੁਰਦੁਆਰਿਆਂ ਤੋਂ, ਹਿੰਦੂ ਵੀ ਟੁੱਟ ਗਏ ਤੇ ਬਹੁਤੇ ਸਿੱਖ ਵੀ ਸਿੱਖ ਨਹੀਂ ਰਹੇ। ਬਗੀਚਾ ਉਜਾੜ ਕੇ ਰੱਖ ਦਿੱਤਾ। ਇਹ ਵੀ ਮੈਂ ਅਰਜ਼ ਕਰਦਾ ਹਾਂ। ਬੜਾ ਕਈ ਦਫਾ ਅਫਸੋਸ ਹੁੰਦਾ ਹੈ, ਔਰ ਇਸ ਨੂੰ ਇੰਜ ਕਹਿਣਾ ਪਏਗਾ, ਬਗੀਚਾ ਬੜਾ ਸੋਹਣਾ ਔਰ ਬਹੁਤ ਵੱਡਾ ਬਣਾਇਆ ਗੁਰੂ ਨਾਨਕ ਨੇ। ਅਰਬ ਦੇਸ਼ ਵੀ ਵਿੱਚੇ ਆ ਗਏ, ਸਾਰਾ ਰਸ਼ੀਆ ਆ ਗਿਆ। ਬਲਖ ਬੁਖਾਰੇ ਦੇ ਸਤਿਗੁਰਾਂ ਦੇ ਯਾਦਗਾਰੀ ਅਸਥਾਨ ਨੇ। ਤਾਜਿਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ ਵਿੱਚ ਛੋਟੇ ਛੋਟੇ ਯਾਦਗਾਰੀ ਅਸਥਾਨ ਨੇ ਗੁਰੂ ਨਾਨਕ ਦੇਵ ਜੀ ਦੇ। ਇੱਧਰ ਤਿੱਬਤ, ਭੂਟਾਨ, ਸਿੱਕਮ, ਲੰਕਾ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਯਾਦਗਾਰੀ ਅਸਥਾਨ ਨੇ। ਯਾਦਗਾਰੀ ਅਸਥਾਨ ਰਹਿ ਗਏ ਨੇ ਅਰਬ ਦੇ ਉੱਤੇ, ਹੁਣ ਇੱਕੋ ਹੀ ਰਹਿ ਗਿਆ ਬਗਦਾਦ ਵਿੱਚ। ਅਸੀਂ ਪ੍ਰਚਾਰ ਨਹੀਂ ਕਰ ਸਕੇ। ਇਤਿਹਾਸਕ ਅਸਥਾਨਾਂ ਦੇ ਆਸਰੇ ਤੇ ਸਾਰੀ ਦੁਨੀਆ ਵਿੱਚ ਇਸ ਗੁਰਬਾਣੀ ਦਾ ਪ੍ਰਸਾਰ ਪ੍ਰਚਾਰ ਕਰ ਸਕਦੇ ਸੀ, ਪਰ ਅਸੀਂ ਤੇ ਗੁਰਦੁਆਰਿਆਂ 'ਚ ਵੀ ਨਾ ਕਰ ਸਕੇ। ਔਰ ਪੰਜਾਬ ਦਾ ਨੌਜਵਾਨ ਅੱਧੇ ਤੋਂ ਜ਼ਿਆਦਾ ਪਤਿਤ ਹੋ ਗਿਆ। ਕਈ ਦਫਾ ਜਦ ਕੋਈ ਸੰਤ ਕਹਿੰਦਾ ਮੈਂ 13 ਲੱਖ ਨੂੰ ਅੰਮ੍ਰਿਤ ਪਾਨ ਕਰਾਇਆ, ਮੈਂ 20 ਲੱਖ ਨੂੰ ਅੰਮ੍ਰਿਤ ਪਾਨ ਕਰਾਇਆ, ਮੈਂ ਕਿਹਾ ਅਸਮਾਨ ਤੇ ਕਰਾਇਆ ਹੋਣਾ ਤੇ ਕਰਾਣਾ ਹੋਇਆ, ਪੰਜਾਬ ਤੇ ਅੱਧਾ ਪਤਿਤ ਹੋ ਗਿਆ। ਪਤਾ ਨਹੀਂ ਕਿਹਨਾਂ ਨੂੰ ਤੁਸੀਂ ਅੰਮ੍ਰਿਤ ਪਾਨ ਕਰਾਇਆ। ਖੈਰ, ਇਹ ਤੇ ਵੀ ਵਿਚਕਾਰ ਗੱਲ ਆ ਗਈ। ਸਾਂਝੇ ਗ੍ਰੰਥ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜੋਗੀਆਂ ਨੂੰ ਉਪਦੇਸ਼, ਜੈਨੀਆਂ ਨੂੰ ਉਪਦੇਸ਼, ਬੋਧੀਆਂ ਨੂੰ ਉਪਦੇਸ਼, ਹਿੰਦੂਆਂ ਨੂੰ ਉਪਦੇਸ਼, ਮੁਸਲਮਾਨਾਂ ਨੂੰ ਉਪਦੇਸ਼, ਸਿੱਖਾਂ ਨੂੰ ਤੇ ਹੈ। ਇਹ ਉਹ ਸੂਰਜ ਹੈ ਜੋ ਸਾਰਿਆਂ ਦੇ ਘਰ ਚਾਨਣਾ ਕਰਦਾ ਹੈ। ਇਹ ਉਹ ਚੰਦਰਮਾ ਹੈ ਜੋ ਸਾਰਿਆਂ ਦੀ ਸੀਤਲਤਾ ਬਣਦਾ ਹੈ। ਇਹ ਉਹ ਪਵਨ ਹੈ ਜੋ ਸਾਰਿਆਂ ਨੂੰ ਛੂੰਹਦੀ ਹੈ। ਇਹ ਉਹ ਬੱਦਲ ਹੈ ਜੋ ਸਾਰੀ ਜਗ੍ਹਾ ਤੇ ਬਰਸਦਾ ਹੈ। ਡਾਕਟਰ ਮੁਹੰਮਦ ਇਕਬਾਲ ਨੇ ਗੁਰੂ ਨਾਨਕ ਬਾਰੇ 2 ਸ਼ਬਦ ਕਹੇ ਨੇ, ਮੈਂ ਉਹ ਵੀ ਕਹਿ ਦਿਆਂ। ਡਾਕਟਰ ਮੁਹੰਮਦ ਇਕਬਾਲ ਦਾ ਜੋ ਗ੍ਰੰਥ ਹੈ ਉਹਦਾ ਨਾਮ ਹੈ ਬਾਂਗੇ ਦਰਾ। ਬਾਂਗੇ ਦਰਾ ਤੋਂ ਮੁਰਾਦ ਘੜਿਆਲ ਦੀ ਆਵਾਜ਼। ਉਹਨੇ ਕਿਤਾਬ ਦਾ ਨਾਮ ਰੱਖਿਆ। ਬੜੀ ਕੀਮਤੀ ਕਿਤਾਬ ਹੈ ਉਹ, ਬਾਂਗੇ ਦਰਾ। ਉਹਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਲਿਖਦਾ ਹੈ, ਸ਼ਮਾ ਹਕ ਸੇ ਜੋ ਮੁਨੱਵਰ ਹੋ वो ये महफिल न थी। अब ਦੀ ਗਿਆਤ ਲਈ ਅਰਜ਼ ਕਰਾਂ, ਇਕਬਾਲ ਸਿਰਫ 2 ਹੀ ਮਨੁੱਖਾਂ ਤੋਂ ਪ੍ਰਭਾਵਿਤ ਹੋਇਆ। ਉਹ ਆਪਣੀ ਨਜ਼ਮਾਂ ਵਿੱਚ ਦੱਸਦਾ ਹੈ, ਇੱਕ ਮਹਾਤਮਾ ਬੁੱਧ, ਇੱਕ ਗੁਰੂ ਨਾਨਕ। ਕਿਉਂਕਿ ਵਰਨ ਵੰਡ ਨੂੰ ਮਹਾਤਮਾ ਬੁੱਧ ਨੇ ਵੀ ਨਹੀਂ ਮੰਨਿਆ ਸੀ, ਵਰਨ ਵੰਡ ਨੂੰ ਗੁਰੂ ਨਾਨਕ ਵੀ ਨਹੀਂ ਮੰਨਦੇ ਸਨ। ਇਹ ਦੋਹਾਂ ਤੋਂ ਬੜਾ ਪ੍ਰਭਾਵਿਤ ਸੀ। ਦੋਹਾਂ ਬਾਰੇ ਨਜ਼ਮ ਵਿੱਚ ਇੰਜ ਲਿਖਦਾ ਹੈ, ਸ਼ਮਾ ਗੌਤਮ ਜਲ ਰਹੀ ਹੈ ਮਹਿਫਿਲੇ ਅਗਿਆਰ ਮੇਂ। ਅਗਿਆਰ ਕਹਿੰਦੇ ਝੂਠ ਨੂੰ। ਗੌਤਮ ਦਾ ਦੀਵਾ, ਸੱਚ ਦਾ ਦੀਵਾ ਝੂਠਿਆਂ ਦੀ ਸਭਾ ਵਿੱਚ ਜਲਦਾ ਪਿਆ। ਕਿਉਂਕਿ ਗੌਤਮ ਦੇ ਪੈਰ ਭਾਰਤ ਵਿੱਚ ਉਖਾੜ ਦਿੱਤੇ ਗਏ ਸਨ। ਬੌਧ ਭਿਕਸ਼ੂ ਫਿਰ ਹਿੰਦੁਸਤਾਨ ਛੱਡ ਕੇ ਨਸ ਗਏ। ਅੱਜ ਸਾਰਾ ਏਸ਼ੀਆ ਬੁੱਧਿਸਟ ਹੈ ਉਹਨਾਂ ਬੌਧ ਭਿਕਸ਼ੂਆਂ ਕਰਕੇ। ਇੱਕ ਹੋਰ ਨੁਕਤਾ ਵੀ ਮੈਂ ਬਿਆਨ ਕਰਦਾ, ਬੌਧ ਭਿਕਸ਼ੂਆਂ ਕਰਕੇ ਸਮੁੱਚੇ ਏਸ਼ੀਆ ਵਿੱਚ ਬੌਧ ਧਰਮ ਫੈਲਿਆ। ਇਸਲਾਮ ਦੇ ਸੂਫੀ ਫਕੀਰ ਤੇ ਬਾਦਸ਼ਾਹਾਂ ਦੇ ਰਾਹੀਂ ਉਹ ਜਿੱਥੇ ਜਿੱਥੇ ਗਏ ਇਸਲਾਮ ਫੈਲਿਆ। ਈਸਾਈ ਮਿਸ਼ਨਰੀ ਤੇ ਇਹਨਾਂ ਦੇ ਰਾਜਨੀਤਿਕ ਜਿੱਥੇ ਜਿੱਥੇ ਗਏ ਈਸਾਈਅਤ ਫੈਲੀ। ਸਿੱਖ ਜਿੱਥੇ ਜਿੱਥੇ ਗਿਆ ਆਪ ਹੀ ਸਿੱਖ ਨਹੀਂ ਰਿਹਾ। ਗੁਸਤਾਖੀ ਮਾਫ।
आप ही सिख नहीं रहा। इस मामले सिख कुछ भी नहीं है। सारी दुनिया ਦੇ ਗੁਜਰਾਤੀ ਨੇ, ਘਰ ਦੇ ਗੁਜਰਾਤੀ ਬੋਲਦੇ ਨੇ। ਸਾਰੀ ਦੁਨੀਆ ਦੇ ਚਾਈਨੀਜ਼ ਨੇ, ਘਰ ਦੇ ਚੀਨੀ ਬੋਲਦੇ ਨੇ, ਚਾਈਨੀਜ਼ ਬੋਲਦੇ ਨੇ। ਸਾਰੀ ਦੁਨੀਆ ਦੇ ਬੰਗਾਲੀ ਵੀ ਹੈਗੇ ਨੇ, ਬੰਗਲਾਦੇਸ਼ੀ ਵੀ ਹੈਗੇ ਨੇ, ਤੇ ਭਾਰਤ ਦੇ ਬੰਗਾਲੀ ਵੀ ਹੈਗੇ ਨੇ, ਘਰ ਦੇ ਬੰਗਾਲੀ ਬੋਲਦੇ ਨੇ। ਸਾਰੀ ਦੁਨੀਆ ਦੇ ਸਿੱਖ ਨੇ, ਇਹਨਾਂ ਦੇ ਘਰ ਦੇ ਬੱਚੇ ਵੀ ਪੰਜਾਬੀ ਨਹੀਂ ਬੋਲਦੇ। ਤੇ ਫਿਰ ਇੱਕ ਹੀ ਬਾਣੀ ਪੜਨਗੇ ਤੇ ਕਿਸ ਤਰ੍ਹਾਂ ਸਿੱਖ ਰਹਿਣਗੇ? ਖੈਰ, ਇਹ ਵਿਚਕਾਰ ਗੱਲ ਆ ਗਈ। ਇਕਬਾਲ ਕਹਿੰਦਾ ਹੈ, ਝੂਠਿਆਂ ਦੀ ਮਹਿਫਿਲ ਵਿੱਚ ਮਹਾਤਮਾ ਬੁੱਧ ਦਾ ਦੀਵਾ ਜਲ ਰਿਹਾ, ਤੇ ਗੁਰੂ ਨਾਨਕ ਦਾ ਦੀਵਾ ਕਿੱਥੇ ਜਲ ਰਿਹਾ? ਇਹ ਧਿਆਨ ਨਾਲ ਸੁਣੋ ਇਕਬਾਲ ਕੋਲੋਂ। इकबाल कहता, शमा हक से जो मुनव्वर हो वो ये महफिल न थी, बारिशे रहमत हुई पर जमी काबिल न थी। अंधियां दी महफिल दे च नानक दा दीपक जल रहा है, किसी ने अखा ही नहीं खोलियां। इस रोशनी को फैज़याब ही नहीं होए ते वंड ही नहीं सके। अंधियां दे विच ये दीवा जलिया, इन्ना महान दीपक, इन्नी मधुर रोशनी, पर महफिल अंधियां दी सी। इकबाल ऐसा कहता। खैर, विचकार गल आ गई। धन गुरु नानक देव जी महाराज सारे नामां नूं प्रवान करते हैं, पर जिहड़ा उन्हां दी रौ रीति दे मुताबिक नाम जपना चाहे तो उन्हां दिनां च मर्यादा सी, चरण धोए रह रास कर, चरना अमृत सिखां पिलाया। चरनामृत पिला के उन्होंने कह दिता जाता सी, वाहिगुरु मंत्र जपिया कर अमृत वेले। बाद विच मसन कह देंदे सन। फिर गुरु गोबिंद सिंह जी महाराज ने इस प्रथा नूं हटा के पंज प्यारियां दे अधीन ये दीक्षित करना जो है कर दिता। खैर, मुख्तसर मैं अर्ज करा। महाराज कहते मंत्र राम राम नामं ध्यानं सर्वत्र पूर्णे। पहला लक्षण है, जो वो व्यापक रमिया होया परमात्मा है, ਉਹਦਾ ਨਾਮ ਉਹਦੀ ਰਸਨਾ ਤੇ ਵਸਿਆ ਹੋਵੇਗਾ, ਉਹਦੀ ਰਸਨਾ 'ਚ ਹਰ ਵਕਤ ਨਾਮ ਦਾ ਰਸ ਹੋਵੇਗਾ। ਐਸੇ ਪੁਰਸ਼ ਨੂੰ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ। ਪਰਮਾਤਮਾ ਸਾਧੂ ਦੀ ਰਸਨਾ ਤੇ ਹੁੰਦਾ ਹੈ, ਸਾਧਨਾ ਕਰਨ ਵਾਲੇ ਦੀ ਰਸਨਾ ਤੇ ਹੁੰਦਾ ਹੈ। ਰਸਨਾ ਦੇ ਉੱਤੇ ਭੋਜਨ ਦੀ ਬੁਰਕੀ ਆ ਜਾਏ, ਸਵਾਦ ਆ ਜਾਂਦਾ ਹੈ, ਪਰ ਸਵਾਦ ਉਤਨੀ ਦੇਰ ਤੱਕ ਹੋਏਗਾ ਜਿਤਨੀ ਦੇਰ ਤੱਕ ਬੁਰਕੀ ਹੈ, ਫਿਰ ਖਤਮ ਹੋ ਜਾਂਦਾ ਹੈ। पर प्रभु दे नाम का रस एक दफा जबान नूं आ जाए फिर जाता नहीं है, यह भी महसूस करता, फिर सदी भी टिक जाता है। तो जिहदी रसना ते परमात्मा का नाम टिक गया, उहदे बोलां विच बरकत आ जाती है, उहदे बोलां विच क्रांति आ जाती है, उहदे बोलां विच शक्ति आ जाती है। प्रभु जी बसे साध की रसना। इस वास्ते महाराज कहते ने, साधु बोले सहज सुभाए, साध का बोला बिरथा ना जाए। ਉਹਦਾ ਬੋਲਿਆ ਵਿਅਰਥ ਨਹੀਂ ਜਾਂਦਾ, ਕੰਮ ਕਰਦਾ। ਕਿਉਂ? ਉਹਦੀ ਰਸਨਾ ਤੇ ਪ੍ਰਭੂ ਆਪ ਵਸਦਾ ਹੈ, ਪਰਮਾਤਮਾ ਆਪ ਵਸਦਾ, ਉਹਦਾ ਨਾਮ ਵਸਦਾ। ਇਹ ਪਹਿਲਾ ਲਕਸ਼ਣ। ਦੂਜਾ, ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰ ਨੇ। ਜਪਦਿਆਂ ਜਪਦਿਆਂ ਉਸ ਨੂੰ ਇੱਕ ਗਿਆਨ ਹੋ ਜਾਂਦਾ ਹੈ, ਅਕਸ਼ਰੀ ਗਿਆਨ ਨਹੀਂ, ਅਨੁਭਵੀ ਗਿਆਨ। ਅੰਦਰੋਂ ਦੁੱਖ ਸੁੱਖ ਦੋਵੇਂ ਇੱਕੋ ਜਿਹਾ ਨੇ, ਇੱਕੋ ਜਿਹਾ ਬਰਾਬਰ ਹੀ ਨੇ। ਜਿਵੇਂ ਅਸੀਂ ਦਿਨ ਨੂੰ ਕਬੂਲ ਕਰਦੇ ਹਾਂ, ਰਾਤ ਨੂੰ ਵੀ ਕਬੂਲ ਕਰਦੇ ਹਾਂ। ਦਿਨ ਵੀ ਹੈ, ਰਾਤ ਵੀ ਹੈ, ਚਾਨਣਾ ਵੀ ਹੈ, ਅੰਧੇਰਾ ਵੀ ਹੈ। ਇਸ ਤਰ੍ਹਾਂ ਜਨਮ ਹੈ ਪਰ ਮਰਨ ਵੀ ਹੈ, ਜਵਾਨੀ ਹੈ ਬੁਢੇਪਾ ਵੀ ਹੈ, ਹਾਸਾ ਹੈ ਪਰ ਰੋਣਾ ਵੀ ਹੈ, ਖੁਸ਼ੀਆਂ ਹੈਗੀਆਂ ਨੇ, ਗਮ ਵੀ ਹੈਗੇ ਨੇ, ਨਫਾ ਹੈ ਨੁਕਸਾਨ ਵੀ ਹੈ, ਇੱਜ਼ਤ ਹੈ ਬੇਇੱਜ਼ਤੀ ਵੀ ਹੈ। ਨਾਮ ਜਪਣ ਵਾਲੇ ਨੂੰ ਇਹ ਗਿਆਨ ਹੋ ਜਾਂਦਾ ਹੈ, ਇੱਜ਼ਤ ਵੀ ਕਬੂਲ, ਬੇਇੱਜ਼ਤੀ ਵੀ ਕਬੂਲ, ਜਨਮ ਵੀ ਕਬੂਲ, ਮਰਨ ਵੀ ਕਬੂਲ, ਜਵਾਨੀ ਵੀ ਕਬੂਲ ਹੈ, ਬੁਢੇਪਾ ਵੀ ਕਬੂਲ ਹੈ, ਨਫਾ ਵੀ ਕਬੂਲ ਹੈ, ਨੁਕਸਾਨ ਵੀ ਕਬੂਲ ਹੈ। ਹੋਣਾ ਸੀ, ਉਹ ਸਮਝਦਾ ਹੈ ਐਸਾ ਹੋਣਾ ਸੀ। ਜੋ ਹੋਵਾ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਭਗਤ ਇਸ ਤਰ੍ਹਾਂ ਜੀਂਦਾ ਹੈ, ਗੁਰਮੁਖ ਇਸ ਤਰ੍ਹਾਂ ਜੀਂਦਾ ਹੈ। ਉਹਦਾ ਦੂਜਾ ਲਕਸ਼ਣ ਹੈ, ਸੰਸਾਰੀ ਕਹਿੰਦਾ ਜਨਮ ਕਬੂਲ ਹੈ, ਮਰਨ ਨਹੀਂ। ਮਰਦੇ ਦਮ ਤੱਕ ਜਨਮ ਦਿਨ ਮਨਾਉਂਦਾ ਹੈ।